सुखबीर ही बने रहणगे प्रधान। झूंदा कमेटी ते अकाली दल दा बड़ा दावा कि हर रिपोर्ट च प्रधान बदलण दी सिफारिश नहीं, हूबहू लागू होएगी रिपोर्ट। बेअदबी केसां नूं लैके फिर मगी सियासत। विरोधी धिर ने सीएम नूं चिट्ठी लिख के सैशन सदन दी कीती मंग तां आम आदमी पार्टी बोली कांग्रेस ने भी सद्या सी सैशन, नहीं होया कोई फायदा। मान सरकार करेगी दोषियों खिलाफ कार्रवाई। पराली प्रबंधन नूं लैके पंजाब सरकार ने एयर क्वालिटी कमिशन नूं भेजी प्रपोजल। किसानां नूं 2500 रुपए प्रति एकड़ नकद मुआवजे दा प्रस्ताव। पंजाब दिल्ली सरकार पाएगी 500 दा हिस्सा, बाकी 1500 केंद्र तो योगदान पवाउण दी मंग। काबुल दे गुरुद्वारा करते प्रवान दे कोल फिर होया धमाका। एक दुकान च फटिया बंब, जानी नुकसान तो रहा बचा। एनडीपीएस का झूठा परचा दर्ज करने के इल्जामां च 3 पुलिस मुलाजम गिरफ्तार। ऊना तो पंजाब पुलिस ने की गिरफ्तारी। इंस्पैक्टर परमिंदर सिंह अजे भी फरार। मोगा विच तेज रफ्तार कार ने लई 25 साला लड़की की जान। सीसीटीवी च कैद हुई लाइव तस्वीरां। हस्पताल तक भी ना पहुंच सकी लड़की। मकौड़ा पत्तन दे 7 पिंडां दा पंजाब नालों टुटिया संपर्क। प्रशासन ने हटाया रावी दरिया ते बनिया टैंपरेरी पुल। जान जोखम च पा रहे पिंड वासी किश्ती नाल कर रहे ने दरिया पार। सत श्री अकाल, मैं अर्शदीप संधू, न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं श्रोमणी अकाली दल दे नाल जुड़ी वड्डी खबर दा। सुखबीर सिंह बादल ही प्रधान बने रहणगे। झूंदा कमेटी ते अकाली दल ने वड्डा दावा कीता है। कहा है कि रिपोर्ट दे विच प्रधान बदलण दी कोई सिफारिश नहीं है। झूंदा कमेटी दी रिपोर्ट हूबहू लागू होएगी। सिफारिशां लागू करन ते सुखबीर सिंह बादल आखिरी जिहड़ा फैसला है वो लैणगे, फाइनल फैसला लैणगे। लागू करन तो पहला 2-3 मीटिंगां होणगीਆਂ। ਤਾਂ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣੇ ਰਹਿਣਗੇ। ਜੋ ਕਿਆਸ ਲਗਾਏ ਜਾ ਰਹੇ ਸੀ ਕਿ ਇਸ ਰਿਪੋਰਟ ਦੇ ਵਿੱਚ ਕੀ ਹੈ, ਕੀ ਪ੍ਰਧਾਨ ਬਦਲਣ ਦੀ ਤਜਵੀਜ਼ ਹੈ, ਤਾਂ ਇਹ ਸਾਫ਼ ਕੀਤਾ ਗਿਆ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸੀ, ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਸਾਫ਼ ਕੀਤਾ ਗਿਆ ਕਿ ਇਸ ਰਿਪੋਰਟ ਦੇ ਵਿੱਚ ਪ੍ਰਧਾਨ ਬਦਲਣ ਦੀ ਕੋਈ ਸਿਫਾਰਿਸ਼ ਨਹੀਂ ਹੈ। ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣੇ ਰਹਿਣਗੇ ਤੇ ਝੂੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਜੋ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਏਗਾ। ਸੁਖਬੀਰ ਸਿੰਘ ਬਾਦਲ ਇਸ ਤੇ ਫੈਸਲਾ ਲੈਣਗੇ। ਲਾਗੂ ਕਰਨ ਤੋਂ ਪਹਿਲਾਂ 2-3 ਮੀਟਿੰਗਾਂ ਹੋਣਗੀਆਂ। क्योंकि मैनू इन्होंने पेश की जो पेश की उदों भी डिस्कस होए, फिर असी फिर अखर अखर बह के डिस्कस किया आपस में। वो किते भी ये लफ्ज़ नहीं कि पार्टी प्रधान नूं बदलिया जाए, किते भी ये लफ्ज़ नहीं। अपने वालों किते कोई कही जाए, जवानी कोई कही जाए, इसे करके मैं थोड़ा तां रखा गैर फील्ड च भी इन्हां दी गल है जिहड़ी ज़्यादा ऑथेंटिक है तो इन्होंने थोनों अपनी। ਝੁੰਦਾ ਸਾਹਿਬ, ਪਹਿਲਾਂ ਤਾਂ ਕਮੇਟੀ ਨੇ ਕੀ ਫਾਈਂਡਿੰਗ ਸੀਗੀ, ਫੀਡਬੈਕ ਕੀ ਸੀਗੀ ਹਲਕਿਆਂ ਦੀ? ਤੁਸੀਂ ਕਿਹਾ 100 ਹਲਕਿਆਂ 'ਚ ਜਾ ਕੇ ਤੁਸੀਂ ਫੀਡਬੈਕ ਲਈ ਹੈ, ਕੀ ਉਹ ਫੀਡਬੈਕ ਸੀਗੀ ਔਰ ਕਿਵੇਂ ਉਹ ਚਰਚਾ ਉਸ 'ਤੇ ਕੀਤੀ ਗਈ ਹੈ, ਕੀ ਮੰਥਨ ਹੋਇਆ? देखो जी, पार्टी प्रधान साहब ने और कोर कमेटी ने सानू सेवा दी सी कि जो 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਝੱਲਣਾ ਪਿਆ, ਉਹਦੇ ਸੰਬੰਧ ਵਿੱਚ ਕੀ ਵਰਕਰ ਮਹਿਸੂਸ ਕਰਦੇ ਨੇ, ਕਿੱਥੇ ਪਾਰਟੀ ਤੋਂ ਕਮੀਆਂ ਰਹੀਆਂ ਜਾਂ ਕਿਤੋਂ ਸਾਤੋਂ ਕੰਮ ਕਰਨ ਵਿੱਚ ਘਾਟ ਵੱਧ ਰਹੀ ਹੈ, ਕਿਉਂ ਅਸੀਂ ਇਸ ਹਾਲਾਤ 'ਚ ਆਏ, ਉਹਦੇ ਬਾਰੇ ਕਮੇਟੀ ਦਾ ਗਠਨ ਕੀਤਾ ਸੀ। ਔਰ ਅਸੀਂ ਤਕਰੀਬਨ 100 ਹਲਕਿਆਂ ਵਿੱਚ ਜਾ ਕੇ ਸਾਰੀ ਕਮੇਟੀ ਨੇ, 13 ਮੈਂਬਰੀ ਕਮੇਟੀ ਸੀ, ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੇ ਸਾਡੇ ਨਾਲ ਜਾ ਕੇ ਯੂਨੈਨਿਮਸ ਤਰੀਕੇ ਨਾਲ ਅਸੀਂ ਉਹ ਰਿਪੋਰਟ ਹੈ ਜਿਹੜੀ ਉਹ ਤਿਆਰ ਕੀਤੀ ਹੈ। ਔਰ ਵਰਕਰ, ਇਹ ਸਾਡੀ ਰਿਪੋਰਟ ਨਹੀਂ ਹੈ, ਇਹ ਵਰਕਰਾਂ ਦੀਆਂ ਭਾਵਨਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਅਸੀਂ ਇਸ ਰਿਪੋਰਟ ਵਿੱਚ ਵਰਣਨ ਕੀਤੇ। ਅਸੀਂ ਤਾਂ ਇੱਕ ਜ਼ਰੀਆ ਬਣੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ। ਸੋ ਉਹਦੇ ਲਈ ਮੈਂ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਅਸੀਂ ਇਨ ਬਿਨ ਉਸ ਰਿਪੋਰਟ ਵਿੱਚ ਨੇ ਜਿਹੜੀਆਂ ਦਰਜ ਕੀਤੀਆਂ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਖਿਆਲ ਹੈ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਪਾਰਟੀ ਹੋਊਗੀ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਇਨ ਬਿਨ ਲਾਗੂ ਵੀ ਕਰੂਗੀ ਔਰ ਬੜੇ ਖੁੱਲ੍ਹੇ ਮਨ ਨਾਲ ਵਰਕਰਾਂ ਦੀਆਂ ਭਾਵਨਾਵਾਂ 'ਤੇ ਵਿਚਾਰ ਕੀਤਾ ਔਰ ਉਹਨੂੰ ਐਕਸੈਪਟ ਕੀਤਾ। ਸੋ ਮੈਂ ਸਮਝਦਾ ਇਹੋ ਜਿਹਾ ਲੋਕਤੰਤਰਕ ਸਿਸਟਮ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਹੋਰ ਪਾਰਟੀ 'ਚ ਹੋਊਗਾ। ਮੈਂ ਇਸ ਗੱਲ ਦੀ ਪਾਰਟੀ ਪ੍ਰਧਾਨ ਸਾਹਿਬ ਲਈ ਦਾ ਵੀ ਔਰ ਕੋਰ ਕਮੇਟੀ ਦਾ ਵੀ ਧੰਨਵਾਦ ਕਰਦਾ। 42 ਸੁਝਾਅ ਨੇ ਕਹਿੰਦੇ ਜੋ ਦਿੱਤੇ ਗਏ ਨੇ, ਕਿਹੜੇ ਕਿਹੜੇ ਮੁੱਦਿਆਂ ਤੇ ਸੁਝਾਅ ਦਿੱਤਾ ਗਿਆ ਹੈ ਪਾਰਟੀ ਨੂੰ? ਜਿੰਨੇ ਵੀ ਪੱਖ ਸੀਗੇ ਜਿਨ੍ਹਾਂ ਕਰਕੇ ਅਸੀਂ ਸਾਡੇ ਵਿੱਚ ਕੋਈ ਘਾਟ ਵੱਧ ਰਹੀ ਆ, ਰਿਜ਼ਲਟ ਵਿੱਚ ਕਮੀ ਆਈ ਆ, ਉਹ ਹਰ ਪੱਖ ਸੀ, ਚਾਹੇ ਉਹ ਧਾਰਮਿਕ ਸੀ, ਚਾਹੇ ਉਹ ਸਮਾਜਿਕ ਸੀ, ਜਾਂ ਸਾਡੇ ਰਾਜਨੀਤਿਕ ਕਾਰਨ ਸੀ, ਜਾਂ ਕੋਈ ਕਿਸੇ ਹਲਕਾ ਇੰਚਾਰਜਾਂ ਤੋਂ ਕਮੀਆਂ ਰਹੀਆਂ, ਕਿਤੇ ਸਾਡੀ ਲੀਡਰਸ਼ਿਪ ਤੋਂ ਕਮੀਆਂ ਰਹੀਆਂ,
ਜਾਂ ਕੋਈ ਸਾਡੇ ਚੰਗੇ ਕੰਮਾਂ ਨੂੰ ਅਸੀਂ ਉਜਾਗਰ ਨਹੀਂ ਕਰ ਸਕੇ, ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੇ, ਜਾਂ ਸਾਡਾ ਆਈਟੀ ਵਿੰਗ ਕਿਤੇ ਉਹ ਜੋ ਵੀ ਗੱਲਾਂ ਸਾਰੀਆਂ ਵਰਕਰਾਂ ਨੇ ਸਾਨੂੰ ਦੱਸੀਆਂ, ਉਹ ਸਾਰੀਆਂ ਅਸੀਂ ਰਿਪੋਰਟ 'ਚ ਦਰਜ ਕੀਤੀਆਂ। ਖੇਤੀ ਕਾਨੂੰਨਾਂ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਉਹਨਾਂ ਦੇ ਪਾਰਟੀ ਦੀ ਲੀਡਰਸ਼ਿਪ ਦੀ ਜੋ ਕਮੀ ਰਹੀ ਹੈ ਉਹ ਵੀ ਰਿਪੋਰਟ 'ਚ ਮੈਂਸ਼ਨ ਨਹੀਂ, ਕਮੀ ਨਹੀਂ ਕੋਈ ਰਹੀ। ਕਮੀ ਇਹੀ ਇੱਥੇ ਹੀ ਤਾਂ ਫਰਕ ਹੈ ਗੱਲ ਦਾ। ਕਮੀ ਨਹੀਂ ਕੋਈ ਰਹੀ, ਕੁਰਬਾਨੀ ਵੀ ਅਸੀਂ ਸਭ ਨਾਲੋਂ ਵੱਡੀ ਦਿੱਤੀ। ਅਸੀਂ ਕੇਂਦਰ ਦੀ ਵਜ਼ਾਰਤ ਵੀ ਛੱਡਤੀ, ਅਸੀਂ ਆਪਦਾ 30-35 ਸਾਲ ਦਾ ਪੁਰਾਣਾ ਗੱਠਜੋੜ ਵੀ ਤੋੜਤਾ ਬੀਜੇਪੀ ਨਾਲ, ਸਰਕਾਰ 'ਚ ਰਹਿੰਦਿਆਂ ਹੋਇਆ ਕੇਂਦਰ 'ਚ। ਪਰ ਉਹ ਸਹੀ ਢੰਗ ਨਾਲ ਅਸੀਂ ਆਪਦੀ ਗੱਲ ਨੂੰ ਨਹੀਂ ਪੇਸ਼ ਕਰ ਸਕੇ। ਅਸੀਂ ਲੋਕਾਂ ਨੂੰ ਇਹ ਲੱਗਿਆ ਵੀ ਆਰਡੀਨੈਂਸ ਵੇਲੇ ਸਾਨੂੰ ਅਸਤੀਫਾ ਦੇਣਾ ਚਾਹੀਦਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਦੀ ਲੀਡਰਸ਼ਿਪ ਇਹ ਭਰੋਸਾ ਦਿੰਦੀ ਰਹੀ ਕਿ ਜਦੋਂ ਕਾਨੂੰਨ ਦੇ ਰੂਪ ਵਿੱਚ ਇਹ ਬਿੱਲ ਆਉਣਗੇ ਤਾਂ ਤੁਹਾਡੇ ਤੋਂ ਬਿਨਾਂ ਪੁੱਛੇ ਫੈਸਲੇ, ਕਿਸਾਨ ਯੂਨੀਅਨ ਜਥੇਬੰਦੀਆਂ ਤੋਂ ਬਿਨਾਂ ਫੈਸਲੇ ਕਾਨੂੰਨ ਨਹੀਂ ਬਣੇਗਾ। ਪਰ ਜਦੋਂ ਉਹਨਾਂ ਨੇ ਉਹ ਚੀਜ਼ ਤੇ ਨਹੀਂ ਅਮਲ ਕੀਤਾ, ਉਸੇ ਰੂਪ ਵਿੱਚ ਪੇਸ਼ ਕਰਤੇ, ਤਾਂ ਅਸੀਂ ਬਾਹਰ ਹੋ ਗਏ। ਅਸੀਂ ਸਹੀ ਟਾਈਮ ਤੇ ਉਹ ਫੈਸਲਾ ਕਰਿਆ, ਪਰ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਲੇਟ ਹੋ ਗਏ। ਚਲੋ ਸੰਗਤ ਦਾ ਫੈਸਲੇ ਨੂੰ ਅਸੀਂ ਪ੍ਰਵਾਨ ਕਰਦੇ ਹਾਂ, ਜੇ ਸਾਤੋਂ ਕਮੀ ਰਹੀ ਹੈ ਅਸੀਂ ਉਹਨੂੰ ਮੰਨਦੇ ਵੀ। ਅੱਗੇ ਵਧਦੇ ਹਾਂ। ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਤੇ ਸਪੀਕਰ ਨੂੰ ਚਿੱਠੀ ਲਿਖੀ ਹੈ। ਬੇਅਦਬੀ ਦੇ ਮੁੱਦੇ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਦੀ ਮੰਗ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਨੇ ਬਾਜਵਾ ਨੂੰ ਸੰਵੇਦਨਸ਼ੀਲ ਮੁੱਦੇ ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ ਹੈ। ਬੇਅਦਬੀ ਦੇ ਮਸਲੇ ਤੇ ਪੰਜਾਬ ਦੀ ਸਿਆਸਤ ਫਿਰ ਕੇਂਦਰਿਤ ਹੋ ਰਹੀ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਤੇ ਸਪੀਕਰ ਕੁਲਤਾਰ ਸੰਧਵਾ ਨੂੰ ਚਿੱਠੀ ਲਿਖ ਕੇ ਬੇਅਦਬੀ ਮਸਲੇ ਤੇ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ। ਬਾਜਵਾ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ, ਲੋਕਤੰਤਰ ਦੇ ਵਿੱਚ ਮੁੱਖ ਮੰਤਰੀ ਹੀ ਸੂਬੇ ਦਾ ਰਾਜਾ ਸਮਝਿਆ ਜਾ ਸਕਦਾ ਹੈ, ਜਿਸ ਦਾ ਪਹਿਲਾ ਧਰਮ ਕਰਮ ਬਣਦਾ ਹੈ ਕਿ ਆਪਣੇ ਸੂਬੇ ਦੀ ਪ੍ਰਜਾ ਨੂੰ ਇਨਸਾਫ ਦੇਵੇ। ਕਮਜ਼ੋਰ ਕਾਨੂੰਨ ਹੋਣ ਕਰਕੇ ਪਾਪੀ ਬੇਖੌਫ ਬੇਅਦਬੀ ਦੀਆਂ ਵਾਰਦਾਤਾਂ ਕਰਦੇ ਨੇ। ਪਿਛਲੇ ਕੁਝ ਸਾਲਾਂ ਦੇ ਵਿੱਚ 400 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਨੇ। ਸੰਗਤ ਵਿੱਚ ਰੋਸ ਹੈ ਕਿ ਬੇਅਦਬੀ ਸੰਬੰਧੀ ਕੋਈ ਇਨਸਾਫ ਦੇਣਾ ਤਾਂ ਦੂਰ, ਅਸੀਂ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ। ਸੰਗਤ ਦੀਆਂ ਅੱਖਾਂ ਦੇ ਵਿੱਚੋਂ ਮੈਂ ਹੰਝੂ ਕਿਰਦੇ ਵੇਖੇ ਨੇ। ਮੈਂ ਸੋਚਦਾ ਹਾਂ ਕਿ ਅਸੀਂ ਰਾਜਸੀ ਲੋਕ ਇੰਨੇ ਨਿਰਦਈ ਕਿਵੇਂ ਹੋ ਸਕਦੇ ਹਾਂ ਕਿ ਆਪਣੇ ਹੀ ਸੂਬੇ ਦੇ ਲੋਕਾਂ ਦੇ ਹੰਝੂ ਤੱਕ ਨਾ ਪਹੁੰਚ ਸਕੀਏ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਅਤ ਗੰਭੀਰ ਅਤੇ ਮਨੁੱਖਤਾ ਨੂੰ ਦਰਦ ਦੇਣ ਵਾਲੇ ਮਸਲੇ ਸੰਬੰਧੀ ਜਲਦ ਤੋਂ ਜਲਦ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਬੇਅਦਬੀ ਵਿਰੋਧੀ ਇਜਲਾਸ ਬੁਲਾ ਕੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਵੇ। ਅੱਜ ਮੈਂ ਇੱਕ ਚਿੱਠੀ ਚੀਫ ਮਿਨਿਸਟਰ ਪੰਜਾਬ ਨੂੰ ਤੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਲਿਖੀ ਹੈ, ਜਿਹਦੇ ਵਿੱਚ ਮੈਂ ਡਿਮਾਂਡ ਕੀਤੀ ਹੈ ਕਿ ਬੇਅਦਬੀਆਂ ਜਿਹੜੀਆਂ ਹੋਈਆਂ ਨੇ ਬਰਗਾੜੀ ਤੇ ਬਹਿਬਲ ਕਲਾਂ, ਉਹਨਾਂ ਦੇ ਉੱਤੇ ਚਰਚਾ ਕਰਨ ਵਾਸਤੇ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਕਨਵੀਨ ਕੀਤਾ ਜਾਏ। ਬਾਜਵਾ ਦੀ ਚਿੱਠੀ ਤੇ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਹੈ। ਆਪ ਨੇ ਹੁਣ ਤੱਕ ਇਨਸਾਫ ਨਾ ਮਿਲਣ ਦੇ ਲਈ ਜਿੱਥੇ ਪੁਰਾਣੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ, ਉੱਥੇ ਹੀ ਬਾਜਵਾ ਨੂੰ ਇਸ ਸੰਵੇਦਨਸ਼ੀਲ ਮੁੱਦੇ ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਇਹਦੇ ਚ ਇੰਨੀਆਂ ਕੰਪਲਿਕੇਸ਼ਨਸ ਪਿਛਲੀ ਸਰਕਾਰਾਂ ਨੇ ਪਾਈਆਂ ਕਿ ਇਹਨਾਂ ਨੂੰ ਸਟ੍ਰੀਮਲਾਈਨ ਕਰਨ 'ਚ ਟਾਈਮ ਲੱਗ ਰਿਹਾ ਹੈ। ਸੋ ਬਾਜਵਾ ਸਾਹਿਬ ਨੂੰ ਮੇਰਾ ਤੇ ਇਹੀ ਕਹਿਣਾ ਹੈ ਵੀ ਸੈਸ਼ਨ ਤਾਂ ਤੁਸੀਂ ਵੀ ਬੁਲਾਇਆ ਸੀ, ਕੀ ਸਿੱਟਾ ਕੱਢਿਆ ਤੁਸੀਂ? ਇਹ ਸਿਰਫ ਤੇ ਸਿਰਫ ਇਸ ਇੰਨੇ ਸੈਂਟੀਮੈਂਟਲ ਇਸ਼ੂ ਤੇ ਰਾਜਨੀਤੀ ਕੀਤੀ ਜਿਹਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਹੈਗਾ ਖਮਿਆਜਾ ਵੀ ਤੁਹਾਨੂੰ ਭੁਗਤਣਾ ਪਿਆ, ਅਹਿਸਾਸ ਵੀ ਕਰਾ। ਸਿਆਸੀ ਇਲਜ਼ਾਮ ਤਰਾਸ਼ੀਆਂ ਕੁਝ ਵੀ ਹੋ ਸਕਦੀਆਂ ਨੇ, ਪਰ ਸੱਚ ਇਹ ਹੈ ਕਿ 7 ਸਾਲ ਬਾਅਦ ਵੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਤੀਜੀ ਸਰਕਾਰ ਆ ਗਈ, 3 ਮੁੱਖ ਮੰਤਰੀ ਚਲੇ ਗਏ, ਚੌਥੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਮਹੀਨੇ ਤੋਂ ਸੱਤਾ ਨਸ਼ੀਨ ਨੇ ਅਤੇ ਸਿੱਖ ਸੰਗਤ ਹਾਲੇ ਵੀ ਇਨਸਾਫ ਦੀ ਉਡੀਕ ਵਿੱਚ ਹੈ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਪਰਾਲੀ ਪ੍ਰਬੰਧਨ ਤੇ ਪ੍ਰਸਤਾਵ ਦੀ ਗੱਲ ਕੀਤੀ ਗਈ ਹੈ। ਪੰਜਾਬ ਸਰਕਾਰ ਦਾ 에ਅਰ ਕੁਆਲਿਟੀ ਕਮਿਸ਼ਨ ਨੂੰ ਪ੍ਰਸਤਾਵ ਗਿਆ ਹੈ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦਾ ਨਕਦ ਮੁਆਵਜ਼ਾ ਮਿਲੇ। ਪ੍ਰਸਤਾਵ ਦੇ ਵਿੱਚ ਲਿਖਿਆ ਗਿਆ ਹੈ ਪੰਜਾਬ ਤੇ ਦਿੱਲੀ ਸਰਕਾਰ 500 ਰੁਪਏ ਦਾ ਹਿੱਸਾ ਪਾਉਣਗੀਆਂ। ਕੇਂਦਰ ਸਰਕਾਰ ਇਸ ਯੋਜਨਾ ਦੇ ਵਿੱਚ 1500 ਰੁਪਏ ਦਾ ਯੋਗਦਾਨ ਦੇਵੇ। ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ 1500 ਰੁਪਏ ਪਾਵੇ, ਜਦਕਿ ਪੰਜਾਬ ਤੇ ਦਿੱਲੀ ਸਰਕਾਰ ਕ੍ਰਮਵਾਰ 500 ਰੁਪਏ ਦਾ ਯੋਗਦਾਨ ਪਾਉਣਗੀਆਂ। 2500 ਰੁਪਏ ਪ੍ਰਤੀ ਏਕੜ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇ ਜੋ ਪਰਾਲੀ ਪ੍ਰਬੰਧਨ ਕਰਨਗੇ, ਯਾਨੀ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਕਿਸੇ ਹੋਰ ਤਰੀਕੇ ਨਾਲ ਪਰਾਲੀ ਮੈਨੇਜ ਕਰਨਗੇ। ਤਾਂ 2500 ਰੁਪਏ ਪ੍ਰਤੀ ਏਕੜ ਦਾ ਪ੍ਰਸਤਾਵ ਜਿਹੜਾ ਹੈ ਉਹ ਭੇਜਿਆ ਗਿਆ ਹੈ। ਕੇਂਦਰ ਸਰਕਾਰ 1500 ਰੁਪਏ ਦਾ ਯੋਗਦਾਨ ਦੇਵੇ। ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਹੈ ਪੰਜਾਬ ਤੇ ਦਿੱਲੀ ਸਰਕਾਰ 500 ਰੁਪਏ ਦਾ ਯੋਗਦਾਨ ਪਾਉਣਗੀਆਂ।
मुताबिक पंजाब सरकार ने एयर क्वालिटी कमीशन को एक प्रस्ताव भेजा है। उस प्रस्ताव के मुताबिक 2,500 रुपये प्रति एकड़ के हिसाब से किसानों को अपनी पैडी ना जलाने के लिए कैश इंसेंटिव देने की बात कही गई है कि हम 2,500 रुपये दे दें, फिर किसान चाहे जो मर्जी टेक्नोलॉजी इस्तेमाल करे, जैसे मर्जी करे और पैडी ना जलाए। उसमें पंजाब सरकार ने प्रस्ताव रखा है कि भाई 500 रुपये पंजाब सरकार दे दे, 500 रुपये दिल्ली सरकार दे दे और 1,500 रुपये केंद्र सरकार दे दे। मैं समझता हूँ एयर क्वालिटी कमीशन इसके ऊपर जब भी इसका निर्णय लेगा, फैसला लेगा, तो मैं समझता हूँ दिल्ली सरकार हमेशा पोल्यूशन को कम करने के लिए हमें जो भी करना पड़ेगा हम करें। ਉਧਰ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਫਿਰ ਤੋਂ ਬੰਬ ਬਲਾਸਟ ਹੋਇਆ ਹੈ। ਕਾਬੁਲ ਦੇ ਵਿੱਚ ਮੌਜੂਦ ਕਰਤੇ ਪਰਵਾਨ ਗੁਰਦੁਆਰੇ ਦੇ ਮੇਨ ਗੇਟ ਦੇ ਕੋਲੇ ਧਮਾਕਾ ਹੋਇਆ। ਇਸੇ ਗੁਰਦੁਆਰੇ ਤੇ ਪਿਛਲੇ ਮਹੀਨੇ 18 ਜੂਨ ਨੂੰ ਬੰਬ ਧਮਾਕਾ ਹੋਇਆ ਸੀ। ਇਸ ਵਿੱਚ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਹਾਲਾਂਕਿ ਇਸ ਵਾਰ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਧਮਾਕਾ ਗੁਰਦੁਆਰੇ ਦੇ ਬਾਹਰ ਗੇਟ ਦੇ ਕੋਲ ਇੱਕ ਦੁਕਾਨ 'ਚ ਹੋਇਆ। ਦੱਸ ਦਈਏ ਕਿ ਅਫਗਾਨਿਸਤਾਨ ਦੇ ਵਿੱਚ ਅਗਸਤ 2021 ਤੋਂ ਬਾਅਦ ਤਾਲਿਬਾਨ ਦੀ ਸਰਕਾਰ ਹੈ। ਤਾਲਿਬਾਨ ਸਰਕਾਰ ਆਉਣ ਤੋਂ ਬਾਅਦ ਸਿੱਖ ਸਮਾਜ ਸਮੇਤ ਬਾਕੀ ਘੱਟ ਗਿਣਤੀ ਭਾਈਚਾਰਿਆਂ ਦੇ ਉੱਤੇ ਹਮਲੇ ਵਧੇ ਨੇ। ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਹੀ ਅਫਗਾਨਿਸਤਾਨ ਦੇ ਵਿੱਚ 600 ਦੇ ਕਰੀਬ ਹਿੰਦੂ ਤੇ ਸਿੱਖ ਸਮਾਜ ਦੇ ਲੋਕ ਰਹਿੰਦੇ ਸਨ, ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਸ ਨੰਬਰ ਵਿੱਚ ਤੇਜ਼ੀ ਨਾਲ ਹੋਰ ਗਿਰਾਵਟ ਆਈ ਹੈ ਤੇ ਕਾਫੀ ਸਾਰੇ ਲੋਕ ਉੱਥੋਂ ਭਾਰਤ ਆ ਗਏ ਨੇ। ਇਹ ਤਸਵੀਰਾਂ ਨੇ ਉਸ ਦੁਕਾਨ ਦੀਆਂ, ਗੁਰਦੁਆਰਾ ਸਾਹਿਬ ਦੇ ਕੋਲ ਜਿਸ ਦੁਕਾਨ ਦੇ ਵਿੱਚ ਧਮਾਕਾ ਹੋਇਆ ਹੈ। ਗੁਰਦੁਆਰਾ ਸਾਹਿਬ ਤੇ ਪਿਛਲੇ ਮਹੀਨੇ ਹਮਲਾ ਹੋਇਆ ਸੀ, ਧਮਾਕੇ ਹੋਏ ਸਨ, ਕੁਝ ਲੋਕਾਂ ਦੀ ਜਾਨ ਵੀ ਚਲੀ ਗਈ ਸੀ, ਜਿਸ ਤੋਂ ਬਾਅਦ ਕਾਫੀ ਸਾਰੇ ਜਿਹੜੇ ਸਿੱਖ ਸਮਾਜ ਦੇ ਲੋਕ ਨੇ ਉਹ ਭਾਰਤ ਆ ਗਏ ਨੇ। ਤੇ ਇਹ ਹੁਣ ਤਸਵੀਰ ਸਾਹਮਣੇ ਆਈ ਹੈ। ਅੱਜ ਦੀ ਤਸਵੀਰ ਹੈ, ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਕੋਲੇ ਦੁਕਾਨ ਹੈ ਜਿੱਥੇ ਧਮਾਕਾ ਹੋਇਆ ਹੈ। ਫੇਰ ਕਰਤੇ ਪ੍ਰਵਾਨ ਗੁਰਦੁਆਰੇ ਦੇ ਨਾਲ ਕਾਬੁਲ ਅੰਦਰ ਅਫਗਾਨਿਸਤਾਨ 'ਚ ਇੱਕ ਬੰਬ ਧਮਾਕਾ ਕੀਤਾ ਗਿਆ। ਇਹ ਬੰਬ ਧਮਾਕਾ ਜਿਹੜਾ ਸੀ ਇੱਕ ਹਕੀਮ ਦੀ ਦੁਕਾਨ 'ਚ ਕੀਤਾ ਗਿਆ। ਪਰਮਾਤਮਾ ਦੀ ਕਿਰਪਾ ਰਹੀ ਕਿ ਉਸ ਵੇਲੇ ਹਕੀਮ ਜਿਹੜੇ ਸੀਗੇ ਉਹ ਆਪਣੇ ਘਰ ਖਾਣਾ ਖਾਣ ਗਏ ਸੀਗੇ। ਇਹਨਾਂ ਦੇ ਜੀਜਾ ਜੀ ਪਹਿਲਾਂ ਹੀ ਇਸੇ ਗੁਰਦੁਆਰੇ ਦੇ ਹਮਲੇ ਅੰਦਰ ਸ਼ਹੀਦ ਹੋ ਚੁੱਕੇ ਨੇ। 58 ਲੋਕ ਉੱਥੇ ਹੋਰ ਬਾਕੀ ਨੇ ਜਿਹੜੇ ਭਾਰਤ ਸਰਕਾਰ ਉਹਨਾਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਪੂਰੀ ਕੋਸ਼ਿਸ਼ ਅੰਦਰ ਜਲਦੀ ਉਹਨਾਂ ਨੂੰ ਵੀਜ਼ੇ ਇਸ਼ੂ ਕੀਤੇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਬਾਹਰ ਉੱਥੋਂ ਸੇਫਲੀ ਇਵੈਕੂਏਟ ਕੀਤਾ ਜਾ ਸਕੇ। ਮੈਂ ਵਿਦੇਸ਼ ਮੰਤਰਾਲਾ ਨਾਲ ਵੀ ਸੰਪਰਕ ਅੰਦਰ ਸਾਰੀ ਪੂਰੀ ਕੋਸ਼ਿਸ਼ ਆ ਕਿ ਇਹਨਾਂ ਦੀ ਸੇਫਟੀ ਸਿਕਿਉਰਿਟੀ ਉੱਥੋਂ ਤੱਕ ਦੇਖੀ ਜਾਵੇ, ਕਿਉਂਕਿ ਇਹਨਾਂ ਨੂੰ ਬਾਰ-ਬਾਰ ਧਮਕੀਆਂ ਮਿਲ ਰਹੀਆਂ ਨੇ ਜਾਂ ਧਰਮ ਛੱਡੋ ਜਾਂ ਮੁਲਕ ਛੱਡੋ। ਐਸੇ ਅੰਦਰ ਬਹੁਤ ਵੱਡੀ ਵਿਪਤਾ ਸਾਡੇ ਪਰਿਵਾਰਾਂ ਤੇ ਸਿੱਖਾਂ ਤੇ ਆਈ ਆ, ਪਰ ਭਾਰਤ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਇਹਨਾਂ ਨੂੰ ਅਸੀਂ ਸੁਰੱਖਿਅਤ ਤੋਂ ਬਾਹਰ ਕੱਢ ਕੇ ਲੈ ਕੇ ਆਈਏ ਔਰ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਜੋ ਵੀ ਅਸੀਂ ਇੱਥੇ ਬੈਠ ਕੇ ਕਰ ਸਕਾਂਗੇ ਪੂਰੀ ਕੋਸ਼ਿਸ਼ ਕਰਾਂਗੇ। ਪਰ ਪਰਮਾਤਮਾ ਦੀ ਹੁਣ ਕਿਰਪਾ ਰਹੀ ਹੈ ਕਿ ਹੁਣ ਤੱਕ ਇਹ ਸਾਰੇ ਅੱਜ ਦੇ ਇਸ ਧਮਾਕੇ ਤੋਂ ਦਹਿਸ਼ਤ ਤੇ ਬਹੁਤ ਆ। ਬਾਰ-ਬਾਰ ਜਿਹੜੇ ਹਮਲੇ ਉੱਥੇ ਖਾਸ ਤੌਰ ਤੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਕੀਤੇ ਜਾ ਰਹੇ ਨੇ ਔਰ ਅੱਜ ਜਿਸ ਤਰੀਕੇ ਦੇ ਨਾਲ ਕਾਬੁਲ ਦੇ ਇਸ ਕਰਤੇ ਪ੍ਰਵਾਨ ਜਗ੍ਹਾ ਦੇ ਵਿੱਚ ਜਿੱਥੇ ਇੱਕ ਨੌਜਵਾਨ ਸਿੱਖ ਦੀ ਦੁਕਾਨ ਦੇ ਉੱਤੇ ਟਾਈਮ ਬੰਬ ਲਗਾ ਕੇ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਗੁਰੂ ਮਹਾਰਾਜ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ, ਮਗਰ ਇਹ ਬਾਰ-ਬਾਰ ਜਿਹੜੇ ਅਟੈਕ ਕੀਤੇ ਜਾ ਰਹੇ ਨੇ ਉੱਥੇ ਦੀ ਗਵਰਨਮੈਂਟ ਨੂੰ ਵੀ ਸੋਚਣਾ ਪਏਗਾ। ਔਰ ਅਸੀਂ ਪਿਛਲੀ ਵਾਰ ਵੀ ਅਪੀਲ ਕੀਤੀ ਸੀ ਕਿ ਉੱਥੇ ਰਹਿੰਦੇ ਹੋਏ ਲੋਕਾਂ ਨੂੰ, ਕਿਉਂਕਿ ਹਰ ਇੱਕ ਦੀ ਇੱਕ ਆਸਥਾ ਜੁੜੀ ਹੁੰਦੀ ਹੈ, ਆਪਣਾ ਪਿਆਰ ਜੁੜਿਆ ਹੁੰਦਾ ਜ਼ਮੀਨ ਦੇ ਨਾਲ, ਮਗਰ ਜਿਸ ਵਕਤ ਆਪਣੇ ਪਰਿਵਾਰਾਂ ਦੇ ਉੱਤੇ ਆ ਜਾਏ ਤੇ ਮੈਂ ਸਮਝਦਾ ਕਿ ਉਸ ਤੋਂ ਵੱਡੀ ਜਾਨ ਮਾਲ ਤੋਂ ਉੱਤੇ ਵੱਡੀ ਕੋਈ ਗੱਲ ਨਹੀਂ ਹੁੰਦੀ। ਸੋ ਉਨ ਲੋਕਾਂ ਨੂੰ ਵੀ ਆਪਣੇ ਫਿਊਚਰ ਬਾਰੇ, ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਔਰ ਉਹਨਾਂ ਨੂੰ ਉਸ ਤੋਂ ਜਿਹੜੇ ਵੀ ਜਗ੍ਹਾ ਉਹਨਾਂ ਨੂੰ ਮਾਈਗ੍ਰੇਟ ਕਰਨਾ ਚਾਹਣ ਉੱਥੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਔਰ ਅਗਰ ਸਾਡੇ ਲਾਇਕ ਕੋਈ ਉਹਨਾਂ ਨੂੰ ਸੇਵਾ ਹੋਏ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਪੂਰਾ ਸਹਿਯੋਗ ਕਰੇਗੀ। ਉਧਰ ਐਨਡੀਪੀਐਸ ਦਾ ਝੂਠਾ ਪਰਚਾ ਦਰਜ ਕਰਨ ਦੇ ਮਾਮਲੇ ਦੇ ਵਿੱਚ 3 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਊਨਾ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਹਥਿਆਰਾਂ ਸਮੇਤ ਪਕੌੜੇ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਨੇ। ਇੰਸਪੈਕਟਰ ਪਰਮਿੰਦਰ ਸਿੰਘ ਹਾਲੇ ਵੀ ਫਰਾਰ ਹੈ। ਫਿਰੋਜ਼ਪੁਰ ਦੇ ਵਿੱਚ ਇੱਕ ਸ਼ਖਸ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਹੋ ਰਹੀ ਹੈ। ਬਰਖਾਸਤ ਕਰ ਦਿੱਤਾ ਗਿਆ ਸੀ ਇਹਨਾਂ ਤਿੰਨਾਂ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਹੁਣ ਗ੍ਰਿਫਤਾਰੀ ਹੋਈ ਹੈ ਊਨਾ ਤੋਂ। ਪਕੌੜੇ ਪੁਲਿਸ ਮੁਲਾਜ਼ਮ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਨੇ। ਐਨਡੀਪੀਐਸ ਦਾ ਝੂਠਾ ਪਰਚਾ दर्ज करन दे मामले च कार्रवाई हुई है। जी वहाँ पर नारकोटिक सेल वालों ने एक मुकदमा नंबर 88/22 1 किलो हेरोइन का और 5 लाख रंगमनी का दर्ज किया था, जो बाद में प्लांटेशन हुई पानी पाई जाने पर मुकदमा गलत पाया जाने से दोबारा उन दोषियों इंस्पेक्टर परमिंदर सिंह, अंग्रेज सिंह, जोगिंदर सिंह के खिलाफ मुकदमा दर्ज हुआ है, जो
उसके जो 3 दोषियाँ इस मुकदमा में राजपाल सिंह दोषी भी बाद में नामजद चौथा हुआ था, उसमें से 3 दोषियाँ राजपाल सिंह, अंग्रेज सिंह और जोगिंदर सिंह को इधर नामे से गिरफ्तार किया। सर इनके पास असला भी था कुछ? इनके पास सरकारी असला है।